ਪਰਿਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਜਿਹੜੀ ਮੁਲਾਕਾਤ ਕੀਤੀ ਹੈ ਪਰਿਵਾਰ ਇਹਨੇ ਜੋ ਪ੍ਰਸਿੱਧੀ ਹਾਸਲ ਕਰ ਲਈ, ਇਸ ਤਰ੍ਹਾਂ ਦੀ ਪ੍ਰਸਿੱਧੀ ਬਿਰਲਿਆਂ ਦੇ ਹਿੱਸੇ ਦੇ ਵਿੱਚ ਆਉਂਦੀ ਹੁੰਦੀ ਹੈ ਕਿ ਗੱਡੀ ਬਾਹਰ ਨਿਕਲਣ ਸਾਰੀ ਗੱਡੀਆਂ ਪਿੱਛੇ ਲੱਗਦੀਆਂ ਨੇ। ਇਹਦਾ ਮਤਲਬ ਕਿਸੇ ਨਾ ਕਿਸੇ ਕਾਲੀ ਭੇਡ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਇਹ ਜਿਹੜੀ ਰਾਜਨੀਤੀ ਹੈ, ਪੰਜਾਬੀ ਦੀ ਕਹਾਵਤ ਹੈ, ਤੇਰਾ ਇਸ਼ਕ ਨਚਾਏ ਕਰ ਥਈਆ ਥਈਆ। ਇਹ ਕੁਰਸੀ ਥਈਆ ਥਈਆ ਕਰਕੇ ਨਚਾਉਂਦੀ ਹੈ ਤੇ ਪਰ ਉੱਥੇ ਆਪਣੇ ਵੀ ਬਗਾਨੇ ਦੱਸਣ ਲੱਗ ਜਾਂਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਉਹ ਤਾਂ ਗੈਂਗਸਟਰ ਹੈ, ਤੇ ਫਿਰ ਜਦੋਂ ਘਰੇ ਜਾਂਦੇ ਨੇ ਮਗਰਮੱਛ ਦੇ ਹੰਝੂ ਵਹਾਉਂਦੇ ਨੇ। ਇਹਦਾ ਮੈਨੇਜਰ ਸੀ ਸ਼ਗਨਪ੍ਰੀਤ, ਉਹਦੀ ਭੂਮਿਕਾ ਵੀ ਮੰਨੀ ਜਾ ਸਕਦੀ ਹੈ ਕਿਉਂਕਿ ਉਹ 2 ਅਪ੍ਰੈਲ ਨੂੰ ਦੁਬਈ ਤੋਂ ਆਇਆ ਤੇ 3 ਅਪ੍ਰੈਲ ਨੂੰ ਦੁਬਾਰਾ ਆਸਟ੍ਰੇਲੀਆ ਵੱਲ ਚਾਲੇ ਪਾ ਦਿੱਤੇ। ਅਸਲੀ ਪਿਕਚਰ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਪਰਿਵਾਰ ਨੇ ਪਹਿਲਾਂ ਕਿਹਾ ਕਿ ਅਸੀਂ ਪੰਜਾਬ ਪੁਲਿਸ ਤੋਂ ਕੋਈ ਪੰਜਾਬ ਸਰਕਾਰ ਤੋਂ ਭੋਰਾ ਵਿਸ਼ਵਾਸ ਨਹੀਂ, ਸਾਡੀ ਜਾਂਚ ਕਿਸੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ। ਬਹੁਤ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ, ਜੇ ਇਹ ਪਿਰਤ ਸ਼ੁਰੂ ਕਰ ਦਿੱਤੀ ਤਾਂ ਜਣਾ ਖਣਾ ਆ ਕੇ ਆਖਿਆ ਕਰੇਗਾ ਕਿ ਤੁਸੀਂ ਹਾਈ ਕੋਰਟ ਦੇ ਜੱਜ ਜਦੋਂ ਜੱਜਾਂ ਨੂੰ ਆਪਣਾ ਕੰਮ ਕਰਨ ਦਿਓ। ਇਹ ਕੰਮ ਜਾਂਚ ਏਜੰਸੀਆਂ ਦੇ ਨੇ। ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕਿ ਜੂ ਟਰਨ ਮਾਰ ਲਿਆ, ਪੰਜਾਬੀ 'ਚ ਕਹਿੰਦੇ ਆ ਕਿ ਥੁੱਕ ਕੇ ਚੱਟ ਲਿਆ। ਮੈਂ ਸਰਕਾਰ ਦੇ ਇਸ ਕਦਮ ਦੇ ਨਾਲ ਸਹਿਮਤ ਹਾਂ ਕਿ ਜਿਨ੍ਹਾਂ ਦੇ ਕੋਲੇ 50-50 ਤੁਰੇ ਫਿਰਦੇ ਨੇ ਉਹਨਾਂ ਦੀ ਵਾਪਸ ਕੀਤੀ ਜਾਵੇ, ਤੇ ਜਿਹੜੇ ਆਪਣਿਆਂ ਨੂੰ 50-50 ਦੇਤੇ ਸਾਰਿਆਂ ਵਾਸਤੇ ਇੱਕ ਕ੍ਰਾਈਟੇਰੀਆ ਫਿਕਸ ਕਰੋ। ਔਰ ਤੁਹਾਨੂੰ ਵੀ ਜੇ 12-12 14-14 ਦਿੱਤੇ, ਤੁਸੀਂ ਉਸ ਵੇਲੇ ਕਿਉਂ ਨਾ ਕਿਹਾ ਕਿ ਸਾਨੂੰ ਨਹੀਂ ਚਾਹੀਦੇ ਇਹ। ਈਡੀ ਨੇ ਘੇਰਿਆ ਦਿੱਲੀ ਦਾ ਸਿਹਤ ਮੰਤਰੀ। ਇਹਦੇ ਤੇ ਸਤਿੰਦਰ ਜੈਨ ਨੂੰ ਕਿੰਨਾ ਕਾਰਨਾਂ ਕਰਕੇ ਚੱਕਿਆ ਗਿਆ ਤੇ ਅਦਾਲਤ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਬੇਦੋਸ਼ਾ ਸਾਬਤ ਕਰਨ ਵਾਸਤੇ ਉਹਨੂੰ ਕਾਨੂੰਨੀ ਚਾਰਾਜੋਈ ਕਰਨੀ ਪਵੇ। ਉਹ ਕਹਿੰਦੇ ਕਿ 77 ਦੇ ਵਿੱਚ ਬਾਦਲ ਸਾਹਿਬ ਨੇ ਇੱਕ ਸੌਦਾ ਮਾਰਿਆ ਸੀ ਨਿਰੰਗ। 2012 ਦੇ ਵਿੱਚ ਇਸ ਡੇਰਾ ਮੁਖੀ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਗਈਆਂ। ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਛੇੜਤੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਮੈਂ ਮੁੱਖ ਮੰਤਰੀ ਨੂੰ ਸੂਚੀ ਦੇਵਾਂਗਾ, ਜੇ ਮਕਾਨ ਸ਼ੀਸ਼ੇ ਦੇ ਹੋਣ ਤਾਂ ਦੂਜਿਆਂ ਦੇ ਪੱਥਰ ਨਹੀਂ ਮਾਰੇ ਦੇ। ਇਹ ਕਹਿ ਦੇਣਾ ਕਿ ਮੇਰੀ ਤਾਂ ਗੱਲ ਨਹੀਂ ਸੁਣੀ, ਤੇ ਉਹਦੀ ਜ਼ਿੰਮੇਵਾਰੀ ਆਪਣੀ ਹੁੰਦੀ ਹੈ। ਮਾਨ ਕਹਿੰਦੇ ਕਿ ਸਭ ਤੋਂ ਵੱਡਾ ਬੰਦੀ ਸਿੰਘ ਕੌਣ ਆ? ਮੈਂ ਬਹੁਤ ਚਿਰ ਜੇਲ੍ਹਾਂ ਕੱਟੀਆਂ ਨੇ, ਮੈਂ ਜੇਲ੍ਹ ਕੱਟੀ ਹੈ ਕੌਮ ਲਈ, ਤੇ ਤੁਸੀਂ ਜੇਲ੍ਹ ਕੱਟੀ ਹੈ ਅਮਰਿੰਦਰ ਸਿੰਘ ਨੇ ਤੁਹਾਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅੰਦਰ ਕੀਤਾ ਸੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਬੀਰ ਸਿੰਘ ਪ੍ਰੋਗਰਾਮ ਖਬਰ ਤੋੜ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਹਫ਼ਤਾ ਭਰ ਖਬਰਾਂ ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੁੱਗੂ ਸਾਹਿਬ। ਜੇਕਰ ਗੱਲ ਕੀਤੀ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ, ਤਾਂ ਐਤਵਾਰ ਵਾਲੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਇੱਕ ਚੰਗਾ ਗਾਇਕ ਸੀਗਾ ਜਿਹਦਾ ਪੰਜਾਬੀ ਇੰਡਸਟਰੀ ਦੇ ਵਿੱਚ ਵੱਡਾ ਨਾਮ ਸੀਗਾ, ਤੇ ਗੋਲੀਆਂ ਮਾਰ ਕੇ ਉਸਦਾ ਐਤਵਾਰ ਵਾਲੇ ਦਿਨ 5:30 ਦੇ ਕਰੀਬ ਜਿਹੜਾ ਦਿਨ ਦਿਹਾੜੇ ਕਤਲ ਕੀਤਾ ਗਿਆ, ਜਿਸ ਨੂੰ ਲੈ ਕੇ ਲਗਾਤਾਰ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਤੇ ਪਰਿਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਜਿਹੜੀ ਮੁਲਾਕਾਤ ਕੀਤੀ ਹੈ ਪਰਿਵਾਰ ਨੇ। ਦੇਖੋ, ਇਹ ਮੁੰਡਾ ਨੌਜਵਾਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਮੂਸਾ ਪਿੰਡ, ਜੇ ਅਸੀਂ ਮਾਨਸਾ ਤੋਂ ਤਲਵੰਡੀ ਸਾਬੋ ਵਾਲੇ ਪਾਸੇ ਨੂੰ ਜਾਈਏ, ਕਾਫੀ ਵੱਡਾ ਪਿੰਡ ਹੈ, ਰਸਤੇ ਦੇ ਵਿੱਚ ਆਉਂਦਾ। ਇਹਦਾ ਨੌਜਵਾਨ ਪੀੜ੍ਹੀ ਦੇ ਵਿੱਚ ਬਹੁਤ ਵੱਡਾ ਅਕਸ ਸੀ। ਭਰ ਜਵਾਨੀ ਦੇ ਵਿੱਚ, ਛੋਟੀ ਉਮਰ ਦੇ ਵਿੱਚ, ਅਜੇ ਤਾਂ ਵਿਆਹ ਹੋਣਾ ਸੀ, ਇਹਨੇ ਜੋ ਪ੍ਰਸਿੱਧੀ ਹਾਸਲ ਕਰ ਲਈ, ਇਸ ਤਰ੍ਹਾਂ ਦੀ ਪ੍ਰਸਿੱਧੀ ਬਿਰਲਿਆਂ ਦੇ ਹਿੱਸੇ ਦੇ ਵਿੱਚ ਆਉਂਦੀ ਹੁੰਦੀ ਹੈ। ਘਰ ਤੋਂ ਗਿਆ, ਚੰਦ ਦੂਰੀ ਤੇ ਪਿੰਡ ਜਵਾਰ ਕੇ ਦੇ ਕੋਲ ਜਾ ਕੇ ਗੋਲੀਆਂ ਮਾਰ ਕੇ ਇਹਦਾ ਕਤਲ ਕਰ ਦਿੱਤਾ ਗਿਆ। ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਖੜੇ ਨੇ। ਸਵਾਲ ਇਹਦੇ ਨਾਲਦਿਆਂ ਦੇ ਤੇ ਵੀ ਉੱਠੇ ਹੋਏ ਨੇ
ਇਹ ਕਿਵੇਂ ਹੋਇਆ, ਕਿਉਂ ਹੋਇਆ, ਕਿਹਨੇ ਇਹਦੀ ਮੁਖਬਰੀ ਕੀਤੀ ਹੈ। ਕਿਉਂਕਿ ਗੱਡੀ ਬਾਹਰ ਨਿਕਲਣ ਸਾਰੀ ਗੱਡੀਆਂ ਪਿੱਛੇ ਲੱਗਦੀਆਂ ਨੇ। ਇਹਦਾ ਮਤਲਬ ਕਿਸੇ ਨਾ ਕਿਸੇ ਕਾਲੀ ਭੇਡ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹ ਕੋਈ ਆਪਣਾ ਹੋ ਸਕਦਾ, ਇਹਦਾ ਸਾਥੀ ਹੋ ਸਕਦਾ, ਕੋਈ ਨੌਕਰ ਹੋ ਸਕਦਾ, ਤੇ ਜਿਹੜੇ ਇਹਦੇ ਨਾਲ ਦੋ ਅੰਗ ਰੱਖਿਅਕ ਸੀ, ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ, ਕੋਈ ਵੀ ਹੋ ਸਕਦਾ ਹੈ। ਇਹ ਤਾਂ ਜਿਹੜੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਉਹ ਦੱਸਣਗੀਆਂ। ਦਿਨ ਦਿਹਾੜੇ ਕਤਲ ਹੋਇਆ ਔਰ ਇਹਨੂੰ ਲਿਜਾਣ ਦੇ ਵਿੱਚ ਵੀ ਕਾਫੀ ਟਾਈਮ ਲੱਗ ਗਿਆ। ਅੱਜ ਐਤਵਾਰ ਹੈ, 7 ਦਿਨ ਪੂਰੇ ਹੋ ਚੁੱਕੇ ਨੇ। ਅਜੇ ਤੱਕ ਸੁਰੱਖਿਆ ਏਜੰਸੀਆਂ ਦੇ ਹੱਥ ਖਾਲੀ ਨੇ, ਜਾਂ ਜੇ ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਤਾਂ ਉਹਨਾਂ ਨੇ ਕੋਈ ਕਿਸੇ ਨੂੰ ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਂਝੀ ਨਹੀਂ ਕੀਤੀ। ਇਹ ਕਾਫੀ ਭੇਦ ਭਰਿਆ ਤੇ ਗੁੰਝਲਦਾਰ ਰਹੱਸ ਬਣ ਕੇ ਰਹਿ ਗਿਆ ਹੈ। ਇਹਦਾ ਕਤਲ ਹੋਇਆ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਤੇ ਵੱਡੇ ਆਗੂ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ। ਪੰਜਾਬ ਦੇ ਵਿੱਚ ਰਾਜ ਕਰਦੀ ਪਾਰਟੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਖੁੰਝ ਗਏ ਵੇਲਾ, ਉਹਦੇ ਘਰ ਪਹੁੰਚਣ ਵਾਸਤੇ ਵੀ ਜਦੋਜਹਿਦ ਕਰਨੀ ਪਈ। 2-3 ਘੰਟੇ ਸੁਰੱਖਿਆ ਵਾਲਾ ਨੇ ਪਹਿਲਾਂ ਐਕਸਰਸਾਈਜ਼ ਕੀਤੀ, ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਲਿਜਾਇਆ ਗਿਆ। ਵਿਰੋਧੀ ਧਿਰਦਿਆਂ ਸਾਬਕਾ ਵਿਧਾਇਕਾਂ ਨੂੰ ਉੱਥੇ ਛਿਪਣ ਨਹੀਂ ਦਿੱਤਾ, ਜਾਣ ਨਹੀਂ ਦਿੱਤਾ। ਮਾਨ ਸਾਹਿਬ ਲੋਕਾਂ ਦੇ ਵਿੱਚ ਬਹੁਤ ਵੱਡੇ ਹਰਮਨ ਪਿਆਰੇ ਆਗੂ ਨੇ। ਉਹ ਤਾਂ ਖੁਦ ਕਲਾਕਾਰੀ ਦੇ ਖੇਤਰ ਦੇ ਵਿੱਚੋਂ ਨੇ ਲੰਬਾ ਸਮਾਂ ਕਾਮੇਡੀ ਰਾਹੀਂ ਵਿਸ਼ਵ ਭਰ ਦੇ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਤੇ ਸਿੱਧੂ ਮੂਸੇਵਾਲਾ ਵੀ ਉਹਦੇ ਵਿੱਚੋਂ ਹੀ ਸੀ, ਉਹਨਾਂ ਦਾ ਸਾਥੀ ਸੀ। ਲੇਕਿਨ ਇਹ ਜਿਹੜੀ ਰਾਜਨੀਤੀ ਹੈ, ਪੰਜਾਬੀ ਦੀ ਕਹਾਵਤ ਹੈ, ਤੇਰਾ ਇਸ਼ਕ ਨਚਾਏ ਕਰ ਥਈਆ ਥਈਆ। ਇਹ ਕੁਰਸੀ ਥਈਆ ਥਈਆ ਕਰਕੇ ਨਚਾਉਂਦੀ ਹੈ, ਤੇ ਪਰ ਉੱਥੇ ਆਪਣੇ ਵੀ ਬਗਾਨੇ ਦੱਸਣ ਲੱਗ ਜਾਂਦੇ ਨੇ। ਇਸ ਕਰਕੇ ਹੁਣ ਸਾਰੀਆਂ ਹੀ ਪਾਰਟੀਆਂ ਦੇ ਉਹ ਆਗੂ ਜਿਹੜੇ ਹੁਣ ਤੱਕ ਇਹਨੂੰ ਪਾਣੀ ਪੀ ਪੀ ਕੋਸਦੇ ਸੀ, ਉਹ ਆਪਣੀ ਜ਼ਬਾਨੋਂ ਵੀ ਕਹਿੰਦਾ ਹੁੰਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਉਹ ਤਾਂ ਗੈਂਗਸਟਰ ਹੈ, ਤੇ ਫਿਰ ਜਦੋਂ ਘਰੇ ਜਾਂਦੇ ਨੇ ਮਗਰਮੱਛ ਦੇ ਹੰਝੂ ਵਹਾਉਂਦੇ ਨੇ। ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਨਾਲ ਹੋਰ ਅਕਾਲੀ ਆਗੂ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਗਜਿੰਦਰ ਸ਼ੇਖਾਵਤ, ਉਹਨਾਂ ਦੇ ਹੋਰ ਆਗੂ, ਉਹਨਾਂ ਦੇ ਵਿੱਚੋਂ ਜਿਹੜੇ ਨਵੇਂ ਭਾਜਪਾਈ ਬਣੇ ਨੇ ਸੁਨੀਲ ਜਾਖੜ ਵਰਗੇ, ਸਾਰੇ ਉੱਥੇ ਗਏ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਣਾਵਾਲੀ, ਉਹਦਾ ਵਿਰੋਧ ਵੀ ਹੋਇਆ ਦੂਜੀ ਵਾਰ ਗਏ ਦਾ, ਪਹਿਲੀ ਵਾਰ ਤਾਂ ਉਹ ਜਾ ਕੇ ਆਏ ਨੇ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਕਿਉਂਕਿ ਪਰਿਵਾਰ ਦੇ ਨਜ਼ਦੀਕੀਆਂ ਚੋਂ ਹੈ, ਉਹਨਾਂ ਨੇ ਉਹਦੀਆਂ ਰਸਮਾਂ ਵੀ ਅਦਾ ਕੀਤੀਆਂ। ਉਹਦੇ ਸੰਸਕਾਰ ਦੇ ਉੱਤੇ ਉਹਦੇ ਪਿਤਾ ਜੀ ਨੇ ਆਪਣੀ ਦਸਤਾਰ ਲਾ ਕੇ ਲੋਕਾਂ ਦੇ ਸਾਹਮਣੇ ਫੈਲਾਤੀ। ਭਾਵ ਤੁਹਾਡੇ ਵੱਲੋਂ ਦਿੱਤਾ ਗਿਆ ਪਿਆਰ ਮੈਨੂੰ ਕਬੂਲ ਹੈ, ਤੇ ਮੇਰਾ ਸਿਰ ਤੇ ਦਸਤਾਰ ਤੁਹਾਡੇ ਚਰਨਾਂ 'ਚ ਝੁਕਦੀ ਹੈ। ਮੇਰਾ ਖਿਆਲ ਜਿਸ ਤਰ੍ਹਾਂ ਆਪਣੇ ਚਹੇਤੇ ਗਾਇਕ ਨੂੰ ਆਖਰੀ ਦਰਸ਼ਨ ਕਰਨ ਵਾਸਤੇ ਦੁਨੀਆ ਉਮੜੀ, ਖਾਸ ਕਰ ਨੌਜਵਾਨ ਵਰਗ ਉਮੜਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਮਾਮਲੇ ਦੇ ਵਿੱਚ ਜਿਵੇਂ ਸਰਕਾਰ ਦੀ ਬੱਲੇ ਬੱਲੇ ਹੋਈ ਸੀ, ਇਹ ਸਿੱਧੂ ਮੂਸੇਵਾਲਾ ਦੀ ਇਸ ਘਟਨਾ ਨੇ ਉਹਨਾਂ ਲੋਕਾਂ ਨੂੰ, ਉਹ ਖਬਰਾਂ ਨੂੰ ਪਿੱਛੇ ਕਰਤਾ। ਤੇ ਇਸ ਵੇਲੇ ਚਾਰੇ ਪਾਸੇ ਜੇ ਚੱਲ ਰਹੀ ਹੈ ਸਿੱਧੂ ਮੂਸੇਵਾਲਾ। ਕੋਈ ਕਹਿੰਦੇ ਆ ਕਿ ਲਾਰੈਂਸ ਬਿਸ਼ਨੋਈ ਨੇ, ਕੋਈ ਕਹਿੰਦੇ ਆ ਕਿ ਮਿੱਡੂ ਖੇੜੇ ਦੇ ਜਿਹੜਾ ਵਿੱਕੀ ਮਿੱਡੂ ਖੇੜਾ ਸੀ ਉਹਦੇ ਮਾਮਲੇ ਕਰਕੇ ਇਹ ਘਟਨਾ ਵਾਪਰੀ ਹੈ। ਕੋਈ ਕਹਿੰਦੇ ਕਿ ਜਿਹੜਾ ਇਹਦਾ ਮੈਨੇਜਰ ਸੀ ਸ਼ਗਨਪ੍ਰੀਤ, ਉਹਦੀ ਭੂਮਿਕਾ ਵੀ ਮੰਨੀ ਜਾ ਸਕਦੀ ਹੈ, ਕਿਉਂਕਿ ਉਹ 2 ਅਪ੍ਰੈਲ ਨੂੰ ਦੁਬਈ ਤੋਂ ਆਇਆ ਤੇ 3 ਅਪ੍ਰੈਲ ਨੂੰ ਦੁਬਾਰਾ ਆਸਟ੍ਰੇਲੀਆ ਵੱਲ ਚਾਲੇ ਪਾ ਦਿੱਤੇ। ਇਹ ਸਾਰੀਆਂ
ਗੱਲਾਂ ਬਾਤਾਂ ਅਜੇ ਰਹੱਸ ਨੇ, ਕਿਉਂਕਿ ਅਸਲੀ ਪਿਕਚਰ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਇਸ ਤੋਂ ਇਲਾਵਾ ਜੇ ਆਪਾਂ ਦੇਖਿਆ ਜਾਵੇ ਤਾਂ ਹੋਰ ਵੀ ਕਈਆਂ ਨੇ ਇਸ ਮਾਮਲੇ ਦੇ ਵਿੱਚ ਕਾਫੀ ਕੁਝ ਗ੍ਰਹਿਣ ਕੀਤਾ। ਲੋਕ ਹੁਣ ਤੱਕ ਵੱਡੇ ਕਲਾਕਾਰ, ਅਦਾਕਾਰ ਉਹਦੇ ਘਰ ਵੱਲ ਜਾ ਰਹੇ ਨੇ। 8 ਜੂਨ ਨੂੰ ਉਹਦਾ ਅੰਤਮ ਅਰਦਾਸ ਹੈ ਜਿਹੜੀ ਕਿ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਕੀਤੀ ਜਾਣੀ ਹੈ। ਆਮ ਚਰਚਾ ਹੈ ਕਿ ਉਸ ਦੇ ਉੱਤੇ ਵੀ ਵੱਡੀ ਪੱਧਰ ਦੇ ਉੱਤੇ ਪ੍ਰਸ਼ੰਸਕ, ਰਾਜਸੀ ਆਗੂ ਤੇ ਹੋਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਨਾਲ ਉਹਨਾਂ ਦੀ ਕੁਝ ਘੰਟੇ ਹੀ ਪਹਿਲਾਂ ਗੱਲ ਹੋਈ ਸੀ, ਉਹ ਸਾਰੇ ਜਿਹੜੇ ਹੈ ਆਗੂ ਉੱਥੇ ਉਹਨਾਂ ਦੇ ਜਾ ਕੇ ਆ ਰਹੇ ਨੇ। ਕੋਈ ਜਾਇਆ ਏ, ਕਈ ਜਾਣ ਦੀ ਯੋਜਨਾ ਬਣਾ ਰਹੇ ਨੇ। ਸੋ ਜਿਸ ਤਰ੍ਹਾਂ ਦੇ ਨਾਲ ਇਸ ਸਿੱਧੂ ਮੂਸੇਵਾਲਾ ਨੂੰ ਚੜ੍ਹਤ ਤੇ ਉਹਦੀ ਚੜ੍ਹਾਈ ਦੇਖੀ ਗਈ, ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਆ। ਦੂਜੇ ਪਾਸੇ ਗ੍ਰਹਿ ਮੰਤਰੀ ਕੱਲ੍ਹ ਅਮਿਤ ਸ਼ਾਹ ਹੋਰੀ ਚੰਡੀਗੜ੍ਹ ਦੇ ਵਿੱਚ ਆਏ। ਪਰਿਵਾਰ ਨੇ ਪਹਿਲਾਂ ਕਿਹਾ ਕਿ ਅਸੀਂ ਪੰਜਾਬ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਭੋਰਾ ਵਿਸ਼ਵਾਸ ਨਹੀਂ, ਸਾਡੀ ਜਾਂਚ ਕਿਸੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ। ਉਹ ਜਿਹੜੇ ਸਾਡੇ ਮੁੱਖ ਜੱਜ ਸਾਹਿਬ ਨੇ ਰਵੀ ਸ਼ੰਕਰ ਝਾ ਸਾਹਿਬ, ਉਹਨਾਂ ਨੇ ਉਹਦੀ ਆਗਿਆ ਨਹੀਂ ਦਿੱਤੀ। ਉਹ ਕਹਿੰਦੇ ਸਾਡੇ ਕੋਲ ਪਹਿਲਾਂ ਹੀ ਬਹੁਤ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ, ਜੇ ਇਹ ਪਿਰਤ ਸ਼ੁਰੂ ਕਰ ਦਿੱਤੀ ਤਾਂ ਜਣਾ ਖਣਾ ਆ ਕੇ ਆਖਿਆ ਕਰੇਗਾ ਕਿ ਤੁਸੀਂ ਹਾਈ ਕੋਰਟ ਦੇ ਜੱਜਾਂ ਨੂੰ ਆਪਣਾ ਕੰਮ ਕਰਨ ਦਿਓ, ਇਹ ਕੰਮ ਜਾਂਚ ਏਜੰਸੀਆਂ ਦੇ ਨੇ। ਇਹਨਾਂ ਨੇ ਹੁਣ ਮੰਗ ਕੀਤੀ, ਜਦੋਂ ਠੁਕਰਾਤੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ, ਤਾਂ ਇਹਨਾਂ ਨੇ ਅਮਿਤ ਸ਼ਾਹ ਹੋਰਾਂ ਤੋਂ ਮੰਗ ਕੀਤੀ ਹੈ ਗ੍ਰਹਿ ਮੰਤਰੀ ਤੋਂ ਕਿ ਇਸ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਾਈ ਜਾਵੇ, ਤਾਂ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਅਸਲੀ ਕਾਤਲ ਜਿਹੜੇ ਹੈ ਉਹ ਲੋਕਾਂ ਦੇ ਸਾਹਮਣੇ ਆਉਣ। ਜੀ, ਪੰਜਾਬ ਸਰਕਾਰ ਵੱਲੋਂ ਪਹਿਲਾਂ ਕਈ ਆਗੂਆਂ ਦੀਆਂ ਜਿਹੜੀਆਂ ਸ਼ਖਸੀਅਤਾਂ ਸੀਗੀਆਂ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਤੇ ਫਿਰ ਹੁਕਮ ਜਾਰੀ ਕਰ ਦਿੱਤੇ ਨੇ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਉਹ ਬਹਾਲ ਕੀਤੀ ਜਾਵੇਗੀ। ਢਿੱਲੋਂ ਸਾਹਿਬ, ਇਹ ਮਾਮਲਾ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕਿ ਜੂ ਟਰਨ ਮਾਰ ਲਿਆ, ਪੰਜਾਬੀ 'ਚ ਕਹਿੰਦੇ ਆ ਕਿ ਥੁੱਕ ਕੇ ਚੱਟ ਲਿਆ। ਅਸੀਂ ਜਦੋਂ ਤੋਂ ਸਰਕਾਰ ਆਈ ਹੈ, ਅਸੀਂ ਹੁਣ ਤੱਕ ਇਹੋ ਹੀ ਗੱਲ ਦੀ ਪ੍ਰੋੜਤਾ ਕਰਦੇ ਆ ਰਹੇ ਹਾਂ ਕਿ ਮਾਨ ਸਾਹਿਬ ਜੋ ਵੀ ਕਰਨਾ ਹੈ ਉਹਨੂੰ ਪਹਿਲਾਂ ਸੋਚੋ, ਇੱਕ ਵਾਰ ਨਹੀਂ ਸੋਚੋ, ਉਹਨੂੰ 20 ਵਾਰੀ ਸੋਚੋ, ਉਸ ਤੋਂ ਬਾਅਦ ਕਦਮ ਉਠਾਓ। ਇਹਨਾਂ ਨੇ ਕਹਿਤਾ ਕਿ ਫਲਾਣੇ ਦੀ 424 ਬੰਦਿਆਂ ਦੀ ਸਿਕਿਉਰਿਟੀ ਹੈ ਜਿਹੜੀ ਉਹ ਵਾਪਸ ਲੈ ਲਈ ਗਈ ਹੈ। ਉਹਦੀ ਸੂਚੀ ਵੀ ਜੱਗ ਜ਼ਾਹਰ ਕਰਤੀ, ਲੋਕਾਂ ਦੇ ਸਾਹਮਣੇ ਉਹ ਸੂਚੀ ਜਾਰੀ ਕਰ ਦਿੱਤੀ ਗਈ। ਉਹ ਸੂਚੀ ਦੇ ਵਿੱਚ ਸਾਰਿਆਂ ਦੇ ਨਾਂ ਨਸ਼ਰ ਕਰਤੇ ਕਿ ਇਹਦੇ ਇੰਨੇ ਬੰਦੇ ਵਾਪਸ, ਇਹਦੇ ਇੰਨੇ ਵਾਪਸ, ਇੰਨੇ ਵਾਪਸ। ਕੁਝ ਆਗੂਆਂ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਹਨਾਂ ਆਗੂਆਂ ਦੇ ਕਾਰਨ ਫਿਰ ਮਾਨਯੋਗ ਅਦਾਲਤ ਦੇ ਵਿੱਚ 2 ਜੂਨ ਨੂੰ ਸੁਣਵਾਈ ਸੀ ਤੇ ਸਰਕਾਰ ਨੇ ਜੂ ਟਰਨ ਮਾਰਿਆ। ਕਹਿੰਦੇ ਅਸੀਂ ਤਾਂ ਘੱਲੂਘਾਰਾ ਦਿਵਸ ਕਰਕੇ ਇਹ ਵਾਪਸ ਲਈ ਸੀ। ਸਰਕਾਰ ਜੀ, ਤੁਹਾਡੇ ਭਾਵੇਂ ਲੋਕਾਂ ਨੂੰ ਪਤਾ ਨਹੀਂ ਲੱਗਦਾ, ਇਹ ਤੀਜੀ ਵਾਰ ਚੌਥੀ ਵਾਰ ਹੋਇਆ। ਜੇ ਤੁਸੀਂ ਘੱਲੂਘਾਰਾ ਦਿਵਸ ਕਰਕੇ ਵਾਪਸ ਲਈ ਸੀ ਤਾਂ ਪਹਿਲਾਂ ਕਹਿੰਦੇ ਕਿ ਤੁਹਾਡੀ ਸੁਰੱਖਿਆ ਅਸੀਂ ਘਟਾ ਰਹੇ ਹਾਂ, ਘੱਲੂਘਾਰਾ ਦਿਵਸ ਖਤਮ ਹੁੰਦਿਆਂ ਵਾਪਸ ਕਰ ਦਿੱਤੀ ਜਾਵੇਗੀ। ਮੈਂ ਸਰਕਾਰ ਦੇ ਇਸ ਕਦਮ ਦੇ ਨਾਲ ਸਹਿਮਤ ਹਾਂ ਕਿ ਜਿਨ੍ਹਾਂ ਦੇ ਕੋਲੇ 50-50 ਤੁਰੇ ਫਿਰਦੇ ਨੇ ਉਹਨਾਂ ਦੀ ਵਾਪਸ ਕੀਤੀ ਜਾਵੇ, ਤੇ ਜਿਹੜੇ ਆਪਣਿਆਂ ਨੂੰ 50-50 ਦੇਤੇ, ਸਾਰਿਆਂ ਵਾਸਤੇ ਇੱਕ ਕ੍ਰਾਈਟੇਰੀਆ ਫਿਕਸ ਕਰੋ। ਮੰਤਰੀ ਦੇ ਨਾਲ ਕਿੰਨੇ ਹੋਣਗੇ, MLA ਨਾਲ ਕਿੰਨੇ ਹੋਣਗੇ, ਸਾਬਕਾ MLA ਨਾਲ ਕਿੰਨੇ ਹੋਣਗੇ, ਇਹ ਸਾਰਾ ਕੁਝ ਤੈਅ ਕਰੋ। ਜਿਨ੍ਹਾਂ ਨੇ ਖਾੜਕੂਬਾਦ ਨਾਲ ਲੜਾਈ ਲੜੀ, ਉਹਦਾ ਵੀ ਇੱਕ ਕ੍ਰਾਈਟੇਰੀਆ ਫਿਕਸ ਕਰੋ। ਜਿਹੜੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ, ਜਿਵੇਂ ਸਿੱਧੂ ਮੂਸੇਵਾਲਾ ਇੱਕ ਸੈਲੀਬ੍ਰਿਟੀ ਵੀ ਸੀ ਔਰ ਦੂਜਾ ਕਾਂਗਰਸ ਪਾਰਟੀ ਵੱਲੋਂ ਚੋਣ ਵੀ ਲੜ ਚੁੱਕਿਆ ਹੈ। ਜਿਹੜਾ ਕੁਝ ਤੁਸੀਂ ਅੱਜ ਕਰਨ ਲੱਗੇ ਹੋ,
ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ ਜਾਂ ਅਕਾਲੀ ਦਲ ਦੀ ਸਰਕਾਰ ਸੀ, ਤੁਹਾਨੂੰ ਬਤੌਰ ਮੈਂਬਰ ਪਾਰਲੀਮੈਂਟ ਇਹਨਾਂ ਨੇ ਸੁਰੱਖਿਆ ਮੁਹੱਈਆ ਕਰਾਈ ਸੀ? ਜੇ ਉਹ ਸੁਰੱਖਿਆ ਮੁਹੱਈਆ ਕਰਾਈ ਸੀ ਔਰ ਤੁਹਾਨੂੰ ਵੀ 12-12 14-14 ਦਿੱਤੇ, ਤੁਸੀਂ ਉਸ ਵੇਲੇ ਕਿਉਂ ਨਾ ਕਿਹਾ ਕਿ ਸਾਨੂੰ ਨਹੀਂ ਚਾਹੀਦੇ, ਇਹ ਸਾਨੂੰ 2 ਜਾਂ 3 ਦੇ ਦਿਓ? ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਨਾਲ ਵੀ ਜਿਪਸੀਆਂ ਘੁੰਮਦੀਆਂ ਸੀ, ਤੇ ਉਦੋਂ ਤੁਸੀਂ ਕਿਉਂ ਨਾ ਆਖਿਆ ਕਿ ਸੁਰੱਖਿਆ, ਇਹ 'ਚ ਕੋਈ ਸ਼ੱਕ ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਇਹਦਾ ਮਿਸਯੂਜ਼ ਵੀ ਹੋ ਰਿਹਾ ਹੈ। ਇਹਦੇ ਲਈ ਕੋਈ ਨਾ ਕੋਈ ਪੱਕਾ ਕਮੇਟੀ ਬਣਾ ਲਓ, ਕ੍ਰਾਈਟੇਰੀਆ ਬਣਾ ਲਓ ਕਿ ਕਿਹਨੂੰ ਕਿੰਨੇ ਬੰਦੇ ਦੇ ਰਹੇ ਨੇ, ਕਿਹਨੂੰ ਕਿੰਨਿਆਂ ਦੀ ਲੋੜ ਹੈ। ਉਹ ਸਾਰਾ ਇੱਕ ਪੱਕਾ ਸਿਸਟਮ ਬਣ ਜਾਣਾ ਚਾਹੀਦਾ ਹੈ ਔਰ ਉਹਨੂੰ ਛਾਇਆ ਕਰ ਦਿਓ ਕਿ ਇਸ ਬੰਦੇ ਨੂੰ ਆਹ ਦਿੱਤਾ ਜਾਊਗਾ, ਇਹਨੂੰ ਇੰਨੇ, ਇਹਨੂੰ ਇੰਨੇ, ਇਹਨੂੰ ਇੰਨੇ। ਤੇ ਜਦੋਂ ਅਦਾਲਤਾਂ ਦੇ ਵਿੱਚ ਬੰਦੇ ਗਏ, ਅਕਾਲੀ ਆਗੂ ਵੀਰ ਸਿੰਘ ਲੋਪੋਕੇ ਨੂੰ 2 ਬੰਦੇ ਦੇਣੇ ਪਏ, ਸਾਬਕਾ ਡਿਪਟੀ ਮੁੱਖ ਮੰਤਰੀ OP ਸੋਨੀ ਵੀ ਗਏ, ਹੋਰ ਵੀ ਗਏ, ਤੇ ਉੱਥੇ ਜਾ ਕੇ ਤੁਹਾਨੂੰ ਇਹ ਕਹਿਣਾ ਪਿਆ। ਉਦੋਂ ਪਹਿਲਾਂ ਕੀ ਕਹਿੰਦੇ ਸੀ? ਆ ਲੈ ਲੈ ਵਾਪਸ, ਅਸੀਂ ਐਵੇਂ ਜਿਵੇਂ ਤੁਰੇ ਫਿਰਦੇ ਸੀ। ਇਹ ਸੁਰੱਖਿਆ ਦਾ ਮਾਮਲਾ ਕਿਸੇ ਦਾ ਬਹੁਤ ਸੰਵੇਦਨਸ਼ੀਲ ਮਾਮਲਾ ਹੈ, ਇਹਦੇ ਵਿੱਚ ਕੋਈ ਪੱਕਾ ਨਿਯਮ ਬਣਾ ਦਿਓ ਕਿ ਕਿਹੜੇ ਬੰਦੇ ਨੂੰ ਕਿੰਨੇ ਦੇਣੇ ਨੇ। ਜੀ, ਈਡੀ ਨੇ ਘੇਰਿਆ ਦਿੱਲੀ ਦਾ ਸਿਹਤ ਮੰਤਰੀ, ਢਿੱਲੋਂ ਸਾਹਿਬ ਇਹਦੇ ਬਾਰੇ ਕੀ ਕਹਿਣਾ ਹੈ? ਇਹ ਜਿਹੜਾ ਦਿੱਲੀ ਦਾ ਸਿਹਤ ਮੰਤਰੀ ਹੈ, ਕਹਿੰਦੇ ਕੋਈ ਕੋਲਕਾਤਾ ਦੀ ਕੰਪਨੀ ਹੈ, ਉਹਦਾ ਕੋਈ ਮਨੀ ਲਾਂਡਰਿੰਗ ਦਾ ਮਾਮਲਾ ਹੋਇਆ ਵਾ। ਇਹ ਸਿਹਤ ਮੰਤਰੀਆਂ ਦੇ ਉੱਤੇ ਇਸ ਵੇਲੇ ਇੰਨਾ ਕਸ਼ਟ ਕਿਉਂ ਹੋਇਆ ਵਾ? ਪਹਿਲਾਂ ਪੰਜਾਬ ਦਾ ਸਿਹਤ ਮੰਤਰੀ 60 ਦਿਨਾਂ ਬਾਅਦ ਹੀ ਚਲਿਆ ਗਿਆ, ਤੇ ਹੁਣ ਦਿੱਲੀ ਦਾ ਸਿਹਤ ਮੰਤਰੀ ਸਤਿੰਦਰ ਜੈਨ, ਉਹਦੇ ਤੇ ਕਾਰਵਾਈ ਹੋਈ ਹੈ। ਹਾਲਾਂਕਿ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਾਹਿਬ ਕਹਿੰਦੇ ਨੇ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਨੇ, ਇਹ ਚੋਣਾਂ ਦੇ ਮੱਦੇ ਨਜ਼ਰ ਇਸ ਕਿਸਮ ਦਾ ਕੰਮ ਕੀਤਾ ਗਿਆ ਹੈ। ਚੋਣਾਂ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ, ਇਹ ਸਿਆਸੀ ਕਿੜਾਂ ਕੱਢੀਆਂ ਜਾ ਰਹੀਆਂ ਨੇ। ਜੇ ਗੱਲ ਇਹ ਸੱਚੀ ਹੋਵੇ ਤਾਂ ਫਿਰ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ। ਜਿਨ੍ਹਾਂ ਨੇ ਇਹਨਾਂ ਨੂੰ ਚੱਕਿਆ, ਪੰਜਾਬ ਵਾਲਾ ਤਾਂ ਪੰਜਾਬ ਦੀ ਸਰਕਾਰ ਨੇ ਖੁਦ ਚੱਕਿਆ, ਤੇ ਦਿੱਲੀ ਵਾਲਾ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਰਾਜ ਕਰਦੀ ਹੈ, ਉਹਨੂੰ ਇਹ ਗੱਲ ਦੱਸ ਦੇਣੀ ਚਾਹੀਦੀ ਹੈ ਕਿ ਕਿਉਂ ਇਹ ਸਾਰਾ ਕੁਝ ਵਾਪਰਿਆ, ਕਿਉਂ ਕੀਤਾ ਗਿਆ। ਇਹਦੀ ਅਸਲੀਅਤ ਇਹ ਈਡੀ ਅਗਲੇ ਦਿਨਾਂ ਦੇ ਵਿੱਚ, ਕਿਉਂਕਿ ਉਹਦਾ ਰਿਮਾਂਡ ਖਤਮ ਹੋ ਗਿਆ, ਉਸ ਤੋਂ ਬਾਅਦ ਜਦੋਂ ਦੋਸ਼ ਪੱਤਰ ਅਦਾਲਤ ਦੇ ਵਿੱਚ ਪੇਸ਼ ਕਰੇਗੀ ਤਾਂ ਗੱਲ ਸਾਹਮਣੇ ਆਏਗੀ ਕਿ ਇਹ ਈਡੀ ਇਹਦੇ ਤੇ ਸਤਿੰਦਰ ਜੈਨ ਨੂੰ ਕਿੰਨਾ ਕਾਰਨਾਂ ਕਰਕੇ ਚੱਕਿਆ ਗਿਆ, ਤੇ ਅਦਾਲਤ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਬੇਦੋਸ਼ਾ ਸਾਬਤ ਕਰਨ ਵਾਸਤੇ ਉਹਨੂੰ ਕਾਨੂੰਨੀ ਚਾਰਾਜੋਈ ਕਰਨੀ ਪਵੇਗੀ। ਜੀ, ਘੱਲੂਘਾਰਾ ਦਿਵਸ ਨੂੰ ਮੁੱਦੇ ਰੱਖਦੇ ਹਾਂ। ਪੂਰੇ ਪੰਜਾਬ ਦੇ ਵਿੱਚ ਜਿਹੜੀ ਸਖਤ ਪੁਲਿਸ ਦੇ ਜਿਹੜੀਆਂ ਟੀਮਾਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ, ਤੇ ਘੱਲੂਘਾਰੇ ਨੂੰ ਲੈ ਕੇ ਬਾਦਲ ਪਰਿਵਾਰ ਤੇ ਵੀ ਜਿਹੜੇ ਢਿੱਲੋਂ ਸਾਹਿਬ ਸਵਾਲ ਖੜੇ ਕੀਤੇ ਜਾ ਰਹੇ ਨੇ। ਦੇਖੋ, ਜਿਹੜਾ ਕੁਝ ਦਿਨ ਪਹਿਲਾਂ ਬਾਦਲ ਪਰਿਵਾਰ ਤੇ ਕੁਝ ਪੰਥਕ ਸ਼ਖਸੀਅਤਾਂ ਨੇ ਸਵਾਲ ਚੱਕੇ ਨੇ, ਉਹਦੇ ਵਿੱਚ ਇੱਕ ਸਵਾਲ ਚੱਕਿਆ ਗਿਆ ਕਿ ਜਿਹੜਾ 1978 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀਆਂ ਦਾ ਤੇ ਜਿਹੜਾ ਅਖੰਡ ਕੀਰਤਨੀ ਜਥੇ ਦਾ ਆਪਸ ਵਿੱਚ ਦੀ ਟਕਰਾਅ ਹੋਇਆ, ਇਹ ਟਕਰਾਅ ਬਚਾਇਆ ਜਾ ਸਕਦਾ ਸੀ। ਉਸ ਵੇਲੇ ਦਾ ਮੁੱਖ ਮੰਤਰੀ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। ਉਹ ਕਹਿੰਦੇ ਕਿ 77 ਦੇ ਵਿੱਚ ਬਾਦਲ ਸਾਹਿਬ ਨੇ ਇੱਕ ਸੌਦਾ ਮਾਰਿਆ ਸੀ ਨਿਰੰਕਾਰੀਆਂ ਦੇ ਨਾਲ, ਸੱਤਾ 'ਚ ਆਉਣ ਦਾ, ਉਹਨਾਂ ਤੋਂ ਵੋਟਾਂ ਲਈਆਂ ਸੀ, ਤੇ ਜਿਵੇਂ 2012 ਦੇ ਵਿੱਚ ਇਸ ਡੇਰਾ ਮੁਖੀ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਗਈਆਂ, ਸਰਸੇ ਵਾਲੇ ਦੀਆਂ, ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ, ਸਰਕਾਰ ਸੀ। ਤੇ ਜੇ 77 ਦੇ ਵਿੱਚ ਸਹੀ ਕਾਰਵਾਈ ਹੁੰਦੀ, ਜਿਹੜਾ ਪੰਜਾਬ ਦੇ ਵਿੱਚ ਖਾੜਕੂ ਬਾਅਦ ਜਾਂ ਘੱਲੂਘਾਰੇ ਦਾ ਮੁੱਢ ਵੱਜਿਆ, ਇਹ 1978 'ਚ ਵੱਜਿਆ ਜਦੋਂ ਨਿਰੰਕਾਰੀਆਂ ਨੇ 13 ਸਿੰਘ ਅਖੰਡ ਕੀਰਤਨੀ ਜਥੇ ਨਾਲ ਭਾਈ ਫੌਜਾ ਸਿੰਘ ਵਰਗੇ ਸ਼ਹੀਦ ਕਰ ਦਿੱਤੇ ਗਏ। ਉਹ ਕਹਿੰਦੇ ਪੰਥਕ ਖਵਾਉਣ ਵਾਲੇ ਉਦੋਂ
ਸਰਕਾਰ ਸੱਤਾ ਦੇ ਵਿੱਚ ਕਾਬਜ ਸੀਗੇ। ਇਹ ਕਹਿੰਦੇ ਆ ਕਿ ਉਹ ਮੁੱਢ ਉਦੋਂ ਵੱਜਿਆ ਗਿਆ। ਲੇਕਿਨ ਦੂਜੇ ਪਾਸੇ ਜਦੋਂ ਇੰਦਰਾ ਗਾਂਧੀ ਨੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਦਾ ਜਿਹੜਾ ਸਪਤਾਹ ਮਨਾਇਆ ਜਾਂਦਾ ਹੈ 1 ਤੋਂ 6 ਜੂਨ ਉਦੋਂ ਸੀ, ਤੇ 1 ਤੋਂ 6 ਜੂਨ ਤੱਕ ਦਾ ਜਿਹੜਾ ਇਹ ਸਪਤਾਹ ਆ, ਇਹਨੂੰ ਘੱਲੂਘਾਰਾ ਸਪਤਾਹ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਕੱਲ੍ਹ ਨੂੰ ਇਹਦੇ ਭੋਗ ਪੈਣੇ ਨੇ। ਅਖੰਡ ਪਾਠ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਚੱਲ ਰਹੇ ਨੇ, ਜਿਨ੍ਹਾਂ ਦਾ ਅੱਜ ਮੱਧ ਦਾ ਭੋਗ ਲੱਗ ਚੁੱਕਿਆ, ਤੇ ਕੱਲ੍ਹ ਇਹਦੇ ਭੋਗ ਪਾਏ ਜਾਣਗੇ। ਕੱਲ੍ਹ ਜਥੇਦਾਰ ਸਾਹਿਬ ਦੇ ਸੰਦੇਸ਼ ਤੋਂ ਬਾਅਦ ਇਹ ਸਪਤਾਹ ਨੂੰ ਸੰਪੂਰਨ ਮੰਨਿਆ ਜਾਂਦਾ ਹੈ, ਤੇ ਪੂਰੇ ਪੰਜਾਬ ਦੇ ਵਿੱਚ ਸਰਕਾਰਾਂ ਅਲਰਟ ਰੱਖਦੀਆਂ ਨੇ ਕਿ ਕਿਤੇ ਕੋਈ ਗਰਮ ਨਾਅਰੇ ਵਾਲਾ, ਗਰਮ ਜਥੇ ਜੋਸ਼ ਵਾਲਾ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਜਾਵੇ, ਜਿਹਦੇ ਨਾਲ ਜਿਹੜਾ ਸ਼ਾਂਤੀ ਆ ਉਹ ਭੰਗ ਹੋ ਜਾਵੇ। ਲੋਕ ਆਪਸ ਵਿੱਚ ਦੀ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਪਾੜ ਨਾ ਪੈ ਜਾਵੇ। ਇਸ ਕਰਕੇ ਲੋਕਾਂ ਨੂੰ ਜਿਹੜਾ ਸ਼ਾਂਤੀ ਨਾਲ ਰਹਿਣ ਦਾ ਕਿਹਾ ਜਾਂਦਾ, ਤੇ ਦੂਜਾ ਚੌਕਸੀ ਵੱਡੇ ਪੱਧਰ ਤੇ ਵਰਤੀ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪੂਰੇ ਪੰਜਾਬ ਦੇ ਵਿੱਚ ਚਾਰੇ ਪਾਸੇ ਇਸ ਵੇਲੇ ਨਾਕਾਬੰਦੀ ਕੀਤੀ ਹੋਈ ਹੈ, ਔਰ ਆਉਂਦੇ ਜਾਂਦੇ ਵਾਹਨਾਂ ਤੇ ਤਿੱਖੀ ਨਜ਼ਰ ਰੱਖੀ ਵੀ ਹੈ, ਉਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਥੋੜ੍ਹੇ ਸਮੇਂ ਦੇ ਵਿੱਚ ਵੱਡੇ ਜਿਹੜੇ ਲੀਡਰ ਨੇ ਅਕਾਲੀ ਦਲ ਦੇ, ਕਾਂਗਰਸ ਦੇ, ਉਹਨਾਂ ਨੇ ਕਈ ਜਿਹੜੀਆਂ ਪਾਰਟੀਆਂ ਬਦਲੀਆਂ। ਢਿੱਲ ਸਾਹਿਬ ਇਹਦੇ ਬਾਰੇ ਇਹਨਾਂ ਦੇ ਵਿੱਚ ਭਾਵੇਂ ਹੁਣ ਅਕਾਲੀ ਤੇ ਭਾਵੇਂ ਹੁਣ ਕਾਂਗਰਸੀ, ਮੈਂ ਅਕਸਰ ਗੱਲ ਕਰਦਾ ਕਿ ਇਹਨਾਂ ਲੀਡਰਾਂ ਦੇ ਵਿੱਚ ਪਾਰਟੀ ਪ੍ਰਤੀ ਸੁਹਿਰਦਤਾ ਨਾਂ ਦੀ ਕੋਈ ਚੀਜ਼ ਨਹੀਂ। ਸਵਾਰਥ ਭਾਰੂ ਹੋ ਗਿਆ, ਔਰ ਜਦੋਂ ਸਰਕਾਰਾਂ ਦੇ ਵਿੱਚ ਸੱਤਾ ਚਾਹੁੰਦੇ ਆ ਤੇ ਫਿਰ ਇਹ ਮਨਾਮੂਹੀ ਦੌਲਤ ਇਕੱਠੀ ਕਰਨ ਵਾਸਤੇ ਬੜੇ ਤਰ੍ਹਾਂ ਦੇ ਕੰਮ ਕਰਦੇ ਆ। ਜੇ ਪੁਰਾਣੇ ਆਗੂਆਂ ਵਰਗੇ ਹੋਣ, ਗਿਆਨੀ ਕਰਤਾਰ ਸਿੰਘ ਹੋਰਾਂ ਵਰਗੇ, ਤਾਂ ਇਹ ਕੁਛ ਨਾ ਵਾਪਰੇ। ਉਹ ਇਮਾਨਦਾਰੀ ਦੇ ਪੁੰਜ ਸਨ, ਤੇ ਇੱਥੇ ਇਮਾਨਦਾਰੀ ਨੇੜੇ ਨਹੀਂ ਲੰਘਦੀ। ਸਾਰਿਆਂ ਵਾਸਤੇ ਨਹੀਂ ਮੈਂ ਕਹਿੰਦਾ, ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਨਾਂ ਲੋਕ ਹੀ ਜਾਣਦੇ ਨੇ ਕਿ ਕਿੰਨਿਆਂ ਨੇ ਸੱਤਾ 'ਚ ਰਹਿੰਦਿਆਂ, ਸੱਤਾ ਦਾ ਆਨੰਦ ਭੋਗਦਿਆਂ ਕਿਹੜੇ ਤਰੀਕੇ ਦੇ ਨਾਲ ਦੌਲਤ ਇਕੱਠੀ ਕੀਤੀ ਸੀ, ਕਿਵੇਂ ਨਿਯੁਕਤੀਆਂ ਦੇ ਪੈਸੇ ਲਏ ਜਾਂਦੇ ਸੀ, ਮਲਾਈਦਾਰ ਸੀਟਾਂ ਦੇ ਉੱਤੇ ਮਲਾਈ ਲੈ ਕੇ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ। ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਛੇੜਤੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਮੈਂ ਮੁੱਖ ਮੰਤਰੀ ਨੂੰ ਸੂਚੀ ਦੇਵਾਂਗਾ ਕਿ ਕਿਹਨਾਂ ਨੇ ਭ੍ਰਿਸ਼ਟਾਚਾਰ ਕੀਤਾ। ਜੇ ਮਕਾਨ ਸ਼ੀਸ਼ੇ ਦੇ ਹੋਣ ਤਾਂ ਦੂਜਿਆਂ ਦੇ ਪੱਥਰ ਨਹੀਂ ਮਾਰੇ ਦੇ। ਤੇ ਸਵਾਲ ਉਧਰਲੇ ਪਾਸੇ ਵੀ ਨੇ, ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੇ ਉਹਨਾਂ ਦੀ ਵਿਦੇਸ਼ੀ ਔਰਤ ਮਿੱਤਰ ਦੀਆਂ ਚਰਚਾਵਾਂ ਵੀ ਬਹੁਤ ਨੇ, ਬਹੁਤ ਸਾਰੀਆਂ ਸ਼ਰਾਬ ਦੀਆਂ ਫੈਕਟਰੀਆਂ ਦੀਆਂ ਚਰਚਾਵਾਂ ਨੇ, ਬਹੁਤ ਸਾਰੇ ਮਾਈਨਿੰਗ ਦੀਆਂ ਚਰਚਾਵਾਂ ਨੇ, ਨਜਾਇਜ਼ ਸ਼ਰਾਬ ਦੇ ਠੇਕੇਦਾਰਾਂ ਦੀਆਂ ਚਰਚਾਵਾਂ ਨੇ। ਤੇ ਬਤੌਰ ਮੁੱਖ ਮੰਤਰੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਇਹ ਕਹਿ ਦੇਣਾ ਕਿ ਮੇਰੀ ਤਾਂ ਗੱਲ ਨਹੀਂ ਸੁਣੀ, ਤੇ ਉਹਦੀ ਜ਼ਿੰਮੇਵਾਰੀ ਆਪਣੀ ਹੁੰਦੀ ਹੈ। ਅੱਜ ਇਹਨਾਂ ਨੂੰ ਡਰ ਸਤਾਉਣ ਲੱਗਿਆ। ਹੁਣ ਜਿਹੜੀ ਕੇਂਦਰ ਦੇ ਵਿੱਚ ਰਾਜ ਕਰਦੀ ਪਾਰਟੀ ਹੈ, ਇਸ ਪਾਰਟੀ ਨੇ ਕੱਲਾ ਪੰਜਾਬ 'ਚ ਨਹੀਂ, ਬਾਕੀ ਰਾਜਾਂ ਦੇ ਵਿੱਚ ਵੀ ਇਹੀ ਕੁਛ ਕੀਤਾ। ਪੱਛਮੀ ਬੰਗਾਲ ਦੇ ਵਿੱਚ ਸੰਬੰਧੂ ਅਧਿਕਾਰੀ ਤੇ ਹੋਰਨਾਂ ਤੇ ਕਿੰਨੇ ਪਰਚੇ ਕੀਤੇ ਗਏ, ਤੇ ਜਦੋਂ ਉਹ ਭਾਰਤੀ ਜਨਤਾ ਪਾਰਟੀ ਦੀ ਛਤਰੀ ਤੇ ਜਾ ਬੈਠੇ ਤੇ ਤੂੰ ਕੌਣ ਤੇ ਮੈਂ ਕੌਣ, ਸਾਰਾ ਕੁਝ ਠੀਕ ਹੀ ਠੀਕ ਹੈ। ਤੇ ਆ ਜਿਹੜੇ ਬਹੁਤੇ ਕਾਲੇ ਸੀ, ਇਹਨਾਂ ਬਾਰੇ ਚਰਚਾਵਾਂ ਨੇ। ਜੇ ਪੰਜਾਬ ਦੀ ਸਰਕਾਰ ਵਿਜੀਲੈਂਸ ਰਾਹੀਂ ਇਹਨਾਂ ਦੀ ਜਾਂਚ ਕਰਾ ਲੇ, ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਨੇ ਕੀ ਕੁਛ ਕੀਤਾ ਹੈ। ਤੇ ਡਰ ਮੂਹਰੇ ਭੂਤ ਨੱਚਦੇ ਆ। ਪੰਜਾਬੀ ਦੀ ਕਹਾਵਤ ਹੈ ਕਿ ਨੂੰਹੇ ਕੰਨ ਕਰੀ, ਧੀਏ ਗੱਲ ਸੁਣੀ। ਸੁਣਾਉਣਾ ਧੀ ਨੂੰ, ਕਹਿਣਾ ਧੀ ਨੂੰ, ਸੁਣਾਉਣਾ ਨੂੰਹ ਨੂੰ। ਤੇ ਜਿਹੜਾ ਪਿੱਛੇ ਚੱਲਿਆ ਸੀ ਕਿ ਇਹ ਚਰਚਾਵਾਂ ਨੇ ਕਿ ਇਹ ਲੋਕ ਕਿਤੇ ਹੋਰ ਜਾ ਸਕਦੇ ਆ, ਜਾਂ ਇਹਨਾਂ ਦੀ ਸੂਚੀ ਦਿੱਤੀ ਜਾ ਸਕਦੀ ਹੈ, ਤੇ ਫਿਰ ਜਿਸ ਤਰ੍ਹਾਂ ਜਾਣੇ ਹੈ ਨਾ, ਇਹ ਲੋਕ ਨੇ, ਉਹ ਲੋਕ ਨੇ ਜਿਹੜੇ ਸਦਾ ਵਾਸਤੇ ਇਹਨਾਂ ਨੇ ਜੋ ਕੰਮ ਕੀਤੇ ਨੇ ਉਹ ਪਾਲੇ ਸਤਾਉਂਦੇ ਸੀ, ਤੇ ਇਸ ਕਰਕੇ ਇਹਨਾਂ ਨੇ ਪਾਲੇ ਬਦਲ ਲਏ। ਜੀ,
ਜੇਕਰ ਗੱਲ ਕੀਤੀ ਜਾਵੇ ਸੰਗਰੂਰ ਉਪਚੋਣ ਦੀ, ਤਾਂ ਸੰਗਰੂਰ ਉਪਚੋਣ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਮਾਨ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਇਕੱਠਾ ਹੋਵੇਗਾ, ਪਰ ਹੁਣ ਉਹ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਜੀ। ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਆਪਣਾ ਏਜੰਡਾ, ਉਹ ਆਪਣੇ ਏਜੰਡੇ ਤੇ ਖੜੇ ਨੇ। ਅਸੀਂ ਉਸ ਦਿਨ ਵੀ ਗੱਲ ਕੀਤੀ ਸੀ ਜਿਸ ਦਿਨ ਇਹ ਲੋਕ 3 ਮਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਏ ਗਏ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਇਕੱਤਰ ਹੋਏ ਸਨ। ਸਾਨੂੰ ਹੈਰਾਨਗੀ ਸੀ ਕਿ ਇਹਨਾਂ ਦੀ ਆਪਸੀ ਵਿਚਾਰਧਾਰਾ ਕਿਤੇ ਵੀ ਨਾਲ ਨਹੀਂ ਰਲਦੀ। ਇਹ ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਕਿਵੇਂ ਪੈ ਗਈਆਂ? ਤੇ ਹੁਣ ਇੱਕ ਪਾਸੇ ਕਹਿੰਦੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕੱਠੇ ਹੋਏ ਸੀ, ਤੇ ਕਿਸੇ ਬੰਦੀ ਸਿੰਘਾਂ ਦੇ ਵਿੱਚੋਂ ਉਮੀਦਵਾਰ ਨੂੰ ਲਾਣਿਆ ਜਾਵੇ ਤਾਂ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿੰਦੇ ਕਿ ਸਭ ਤੋਂ ਵੱਡਾ ਬੰਦੀ ਸਿੰਘ ਕੌਣ ਆ? ਮੈਂ ਬਹੁਤ ਚਿਰ ਜੇਲ੍ਹਾਂ ਕੱਟੀਆਂ ਨੇ, ਮੈਂ ਜੇਲ੍ਹ ਕੱਟੀ ਹੈ ਕੌਮ ਲਈ, ਤੇ ਤੁਸੀਂ ਜੇਲ੍ਹ ਕੱਟੀ ਹੈ ਅਮਰਿੰਦਰ ਸਿੰਘ ਨੇ ਤੁਹਾਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅੰਦਰ ਕੀਤਾ ਸੀ। ਇੱਕ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਤੁਸੀਂ ਆਪਸ ਵਿੱਚ ਦੀ ਰਲ ਮਿਲ ਕੇ ਇੱਕ ਦੂਜੇ ਦੇ ਕੇਸ ਹੱਲ ਕਰ ਲਏ। ਉਹ ਕਹਿੰਦੇ ਕਿ ਮੇਰੇ ਤੋਂ ਵੱਡਾ ਕੌਣ ਹੈ, ਫਿਰ ਮੇਰੀ ਕਰੋ ਮਦਦ। ਉਹ ਕਹਿੰਦੇ ਮੇਰਾ ਮਜ਼ਾਕ ਉਡਾਉਣ ਵਾਸਤੇ ਆਏ ਸੀ। ਜਸਪਾਲ ਸਿੰਘ ਮੰਝਪੁਰ ਬਹੁਤ ਸੀਨੀਅਰ ਵਕੀਲ ਨੇ, ਉਹਨਾਂ ਦਾ ਕਹਿਣਾ ਹੈ ਇਹ ਪੰਥਕ ਕਦੋਂ ਤੋਂ ਹੋ ਗਏ? ਜਦੋਂ ਕੁਰਸੀ ਖੁੱਸ ਜਾਂਦੀ ਹੈ ਤਾਂ ਇਹਨਾਂ ਨੂੰ ਪੰਥ ਯਾਦ ਆ ਜਾਂਦਾ ਹੈ, ਤੇ ਜਦੋਂ ਸੱਤਾ 'ਚ ਹੁੰਦੇ ਆ ਪੰਥ ਨਾਂ ਦੀ ਕੋਈ ਚੀਜ਼ ਹੀ ਨਹੀਂ। 2019 'ਚ ਕੁਝ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ਪੰਜਾਬ ਦੇ ਵਿੱਚ ਆ ਕੇ ਕੀਤਾ, ਤੇ ਭਾਈਵਾਲ ਰਹੇ ਕੇਂਦਰ ਦੇ ਵਿੱਚ। ਉਦੋਂ ਇਹਨਾਂ ਨੂੰ ਕਿਉਂ ਨਾ ਯਾਦ ਆਇਆ? ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ, ਹੁਣ ਵਕਤ ਤੋਂ ਖੁੰਝ ਚੁੱਕੇ ਨੇ ਤੇ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਫਿਰਦੇ ਨੇ। ਇੱਕ ਪਾਸੇ ਇਹ ਮਾਨ ਸਾਹਿਬ ਦੇ ਨਾਲ, ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਦੇ ਨਾਲ ਮੁਲਾਕਾਤਾਂ ਕਰਦੇ ਫਿਰਦੇ ਸੀ, ਤੇ ਅਖੀਰ ਉਹਦੇ ਗੁਰਾ ਪੈ ਗਿਆ। ਉਹਨਾਂ ਨੂੰ ਸੰਗਰੂਰ ਤੋਂ ਐਲਾਨ ਕਰਤਾ ਕਿ ਇਹ ਜਿੱਤਣਗੇ। ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਥਕ ਗੱਲ ਕੀਤੀ, ਪੰਥ ਪਿੱਛੇ ਲੜੇ, ਉਹਨਾਂ ਨੂੰ ਲੋਕਾਂ ਨੇ ਅਪਣਾਇਆ। ਕੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਘੱਟ, ਜਿਹਨੇ 25,000 ਤੋਂ ਵੱਧ ਅਣਪਛਾਤੀਆਂ ਲਾਸ਼ਾਂ ਦਾ ਰਿਕਾਰਡ ਇਕੱਤਰ ਕੀਤਾ ਸੀ ਕਿ ਇਹਨਾਂ ਨੂੰ ਅਣਪਛਾਤਾ ਕਹਿ ਕੇ ਸਾੜ ਦਿੱਤਾ ਗਿਆ? ਉਹਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਿੰਨੀਆਂ ਕੁ ਵੋਟਾਂ ਪਈਆਂ ਸੀ? ਇਹੀ ਬੀਬੀ ਕਮਲਦੀਪ ਕੌਰ ਪਟਿਆਲੇ ਤੋਂ ਲੜ ਚੁੱਕੀ ਆ ਪਹਿਲਾਂ, ਤੇ ਕਿੰਨਾ ਕੁ ਲੋਕਾਂ ਨੇ ਅਪਣਾਇਆ? ਅਸਲ ਦੇ ਵਿੱਚ ਇਹਨਾਂ ਨੂੰ ਕੋਈ ਉਮੀਦਵਾਰ ਨਹੀਂ ਸੀ ਲੱਭਦਾ, ਜਿਹਦੇ ਕਰਕੇ ਇਹਨਾਂ ਨੇ ਬੀਬੀ ਕਮਲਦੀਪ ਕੌਰ ਤੇ ਗੁਣਾ ਪਾਇਆ। ਦੋਨੇ ਹੱਥਾਂ 'ਚ ਲੱਡੂ ਰੱਖੇ ਸੀ, ਲੇਕਿਨ ਮਾਨ ਸਾਹਿਬ ਨੇ ਸਾਰਾ ਕਲੀਅਰ ਕਰਤਾ ਕਿ ਮੇਰਾ ਮਜ਼ਾਕ ਤੇ ਮੈਨੂੰ ਜਲੀਲ ਕਰਨ ਵਾਸਤੇ ਆਏ ਸੀ। ਇਹ ਕਹਿੰਦੇ ਮੈਂ ਪੁੱਛਿਆ ਵੀ ਜੇ ਤੁਹਾਨੂੰ ਇੰਨਾ ਹੀ ਹੇਜ ਆ ਪੰਥ ਦਾ ਤੇ ਬੰਦੀ ਸਿੰਘਾਂ ਦਾ, ਤੇ ਫਿਰ ਛੱਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ, ਤੇ ਅਕਾਲੀ ਦਲ ਦੀ ਛੱਡੇ ਸੁਖਬੀਰ ਸਿੰਘ ਬਾਦਲ, ਤੇ ਹਰਨਾਮ ਸਿੰਘ ਧੁੰਮਾ ਛੱਡੇ ਦਮਦਮੀ ਟਕਸਾਲ ਦੀ ਮੁਖੀ, ਤਿੰਨੇ ਕਿਸੇ ਬੰਦੀ ਸਿੱਖਾਂ 'ਚੋਂ ਬਣਾਓ। ਸੋ ਜਦੋਂ ਤੱਕ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਕੇ ਨਹੀਂ ਕਰਦੇ, ਇਸੇ ਤਰ੍ਹਾਂ ਦਾ ਰਹੇਗਾ। ਅਸੀਂ ਇਸ ਗੱਲ ਦੇ ਹਾਮੀ ਹਾਂ ਕਿ ਜਿਹੜੀਆਂ ਦੁਬਿਧਾਵਾਂ ਨੇ ਸਿੱਖ ਕੌਮ ਦੇ ਵਿੱਚ ਉਹ ਦੂਰ ਹੋਣੀਆਂ ਚਾਹੀਦੀਆਂ ਨੇ। ਉਹਨਾਂ 'ਤੇ ਕੋਈ ਨਾ ਕੋਈ ਕੰਮ ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਬੈਠ ਕੇ ਇਕਜੁੱਟਤਾ ਨਾਲ ਕਰਨ। ਪਰ ਕੀ ਸਾਰਾ ਕੁਝ ਇਹ ਸੱਚੇ ਮਨੋਂ ਕਰ ਰਹੇ ਨੇ? ਇਸ ਕਰਕੇ ਜਦੋਂ ਮਨ ਸੱਚਾ ਹੀ ਨਹੀਂ, ਸਵਾਰਥ ਹੈ, ਜਿਹੜੀ ਗੱਲ ਦਾਦੂਵਾਲ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਤੋਂ ਮੁਕਤ ਹੋ ਗਈ, ਸਾਰੀਆਂ ਦੁਬਿਧਾਵਾਂ ਆਪਣੇ ਆਪ ਦੂਰ ਹੋ ਜਾਣਗੀਆਂ। ਜੀ, ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚੋਂ
ਕੌਣ ਜੇਤੂ ਰਹਿੰਦਾ, ਕਿਉਂਕਿ ਪਾਰਟੀਆਂ ਜਿਹੜੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਲੋਕ ਕਿਸ ਉੱਪਰ ਵਿਸ਼ਵਾਸ ਕਰਦੇ ਨੇ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।